खुद आगे अरदास हमारी, जियो पिंड सब तेरा, कहो नानक सब तेरी वड्याई। कोई नाओ न जान मेरा, दंडौत बंदन अनक बार, सर्व कला समरथ। डोलन ते राखो प्रभु, नानक दे कर हथ। हे गोबिंद हे गोपाल, हे दयाल लाल, प्राणनाथ अनाथ सखे। दीन दर्द निवार, हे समरथ आगम पूरण। मोहे मया तार, अंधकूप महाभयान। नानक पार उतार, सुकह टल गुर सेविया। अहनस सहज संभाए, दर्शन बरसया गुरु का। जन्म मरण दुख जाए, होवे सिफत कसमंदी। नूर अरसां कुर सहो ढटिया, तुध डिठै सचे पातशाह। मल जन्म जन्म दी कटी, तुध डिठै सचे पातशाह। मल जन्म जन्म दी कटी, सतनाम श्री वाहेगुरु साहिब जी। सलोक महला पहला, कूड़ राजा कूड़ प्रजा, कूड़ सब संसार। कूड़ मंडप कूड़ माड़ी, कूड़ बैसण हार। कूड़ राजा कूड़
ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ ਕੂੜ ਕੂੜਾ ਨਿਹੋਂ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣ ਬੇਨਤੀ ਤੁਧ ਬਾਝ ਕੂੜੋ ਕੂੜ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣ ਬੇਨਤੀ ਤੁਧ ਬਾਝ ਕੂੜੋ ਕੂੜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਨਿਤਨੇਮ ਦੇ ਜਾਪ ਆਸਾ ਜੀ ਕੀ ਵਾਰ ਦੇ ਕੀਰਤਨ ਹੋਏ। ਆਪ ਜੀ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰਕੇ ਜੁੜਨਾ ਕਰਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਬਚਨ ਸਲੋਕ ਰੂਪ ਵਿੱਚ ਆਪ ਜੀਆਂ ਨੇ ਸਰਵਣ ਕੀਤੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਨ੍ਹਾਂ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰੋ। ਇਕਾਗਰਤਾ ਦੇ ਨਾਲ ਸਾਡੀ ਸਾਂਝ ਜਿਹੜੀ ਹੈ ਉਹ ਇਸ ਗੁਰਬਾਣੀ ਦੀ ਵਿਚਾਰ ਨਾਲ ਬਣੇਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਦੇ ਜੀਵਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਜਿਸ ਭਰਮ ਦੇ ਵਿੱਚ ਅਸੀਂ ਜੀ ਰਹੇ ਹਾਂ
ਉਸ ਭਰਮ ਨੂੰ ਤੋੜਨ ਦਾ ਯਤਨ ਕੀਤਾ, ਉਸ ਭਰਮ ਉਸ ਭੁਲੇਖੇ ਵਿੱਚੋਂ ਸਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਤੇ ਸਾਡਾ ਭਰਮ ਕੀ ਹੈ, ਸਾਡਾ ਭੁਲੇਖਾ ਕੀ ਹੈ ਕਿ ਜੋ ਅਸੀਂ ਦੇਖ ਰਹੇ ਹਾਂ ਇਹੀ ਸੱਚ ਹੈ, ਜੋ ਸਾਨੂੰ ਦਿਖਾਈ ਦੇ ਰਿਹਾ ਹੈ ਇਹੀ ਸੱਚ ਹੈ। ਪਰ ਜੋ ਸੱਚ ਹੈ, ਜੋ ਸਦੀਵੀ ਹੈ, ਉਹ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਔਰ ਉਸ ਨਾਲ ਅਸੀਂ ਜੁੜ ਨਹੀਂ ਪਾ ਰਹੇ। ਬਾਹਰ ਦੀ ਇਹ ਜਿਤਨੀ ਵੀ ਰਚਨਾ ਹੈ, ਇਹ ਸਭ ਇੱਕ ਕੂੜ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਇਹ ਜਿਤਨੀ ਵੀ ਬਾਹਰ ਦੀ ਰਚਨਾ ਹੈ, ਜੋ ਵੀ ਅਸੀਂ ਇਹਨਾਂ ਨੇਤਰਾਂ ਦੇ ਨਾਲ ਦੇਖ ਰਹੇ ਹਾਂ, ਇਹ ਇੱਕ ਭਰਮ ਹੈ, ਇੱਕ ਭੁਲੇਖਾ ਹੈ, ਕਿਉਂਕਿ ਜੋ ਅਸੀਂ ਸਮਝ ਰਹੇ ਹਾਂ ਇਹ ਉਹ ਨਹੀਂ ਹੈ। ਤੇ ਜਿਹਨੂੰ ਸਮਝਣ ਵਾਸਤੇ ਅਸੀਂ ਇਸ ਮਨੁੱਖਾ ਜਨਮ ਦੇ ਅੰਦਰ ਆਏ ਹਾਂ, ਉਹ ਸਮਝਣ ਵਾਸਤੇ ਅਸੀਂ ਤਿਆਰ ਨਹੀਂ, ਜਾਂ ਉਹਨੂੰ ਸਮਝਣ ਵਾਸਤੇ ਸਾਡੇ ਕੋਲ ਵਕਤ ਨਹੀਂ। ਤੋ ਜਿਹਨੂੰ ਸਮਝਣਾ ਸੀ ਉਹ ਹੈ ਸਤ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਨੂੰ ਨਾ ਸਮਝਣ ਕਰਕੇ ਸਾਡਾ ਜੀਵਨ ਇੱਕ ਕੂੜ ਦੀ ਤਰ੍ਹਾਂ ਜਿਹੜਾ ਉਹ ਬਣ ਗਿਆ। ਅਸੀਂ ਦੁਨੀਆ ਦੇ ਵਿੱਚ ਭਰਮ ਦੇ ਵਿੱਚ ਜੀਂਦੇ ਗਏ, ਚੱਲਦੇ ਗਏ। ਉਹ ਭੁਲੇਖਾ ਸਾਡਾ ਜਿਹੜਾ ਸੀ ਇਤਨਾ ਕੁ ਵੱਧ ਗਿਆ ਕਿ ਅਸੀਂ ਇਹ ਸਮਝ ਲਿਆ ਵੀ ਅਸੀਂ ਦੁਨੀਆ ਤੋਂ ਕਦੀ ਜਾਣਾ ਹੀ ਨਹੀਂ, ਜਾਂ ਜਿਹੜੀ ਚੀਜ਼ ਅਸੀਂ ਦੇਖ ਰਹੇ ਹਾਂ ਉਹ ਚੀਜ਼ ਕਦੀ ਮਿਟਣ ਵਾਲੀ ਹੋਈ ਨਹੀਂ ਹੈ, ਉਹ ਸਦੀਵੀ ਹੈ, ਉਹ ਸਦਾ ਲਈ ਹੈ। ਪਰ ਸਾਹਿਬ ਕਹਿੰਦੇ ਇਹ ਦੁਨੀਆ ਦੇ ਵਿੱਚ ਸਦਾ ਲਈ ਕੋਈ ਵੀ ਨਹੀਂ ਹੈ, ਸਭ ਇੱਕ ਦਿਨ ਬਿਨਸਨਹਾਰ ਹੈ, ਸਭ ਇੱਕ ਦਿਨ ਬਿਨਸ ਜਾਣ ਵਾਲਾ ਹੈ। ਜੇ ਸਦੀਵੀ ਸੱਚ ਕੋਈ ਹੈ ਤੇ ਉਹ ਹੈ ਪਰਮਾਤਮਾ, ਉਹ ਹੈ ਪਰਮਾਤਮਾ ਜੋ ਆਦਿ ਸੱਚ ਹੈ, ਜੁਗਾਦ ਸੱਚ ਹੈ, ਜੋ ਸਦੀਵੀ ਸੱਚ ਹੈ। ਪਰ ਹੋਇਆ ਕਿ ਹੁਣ ਸਾਨੂੰ ਭੁਲੇਖਾ ਪੈ ਗਿਆ ਕਿ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਇਹੀ ਸੱਚ ਹੈ। ਇਸ ਭੁਲੇਖੇ ਦੇ ਵਿੱਚ ਅਸੀਂ ਪਰਮਾਤਮਾ ਦੇ ਨਾਮ ਨੂੰ ਭੁਲਾਉਂਦੇ ਹੋਏ ਇਤਨੀ ਕੁ ਦੂਰ ਲੰਘ ਗਏ ਹਾਂ, ਅੱਜ ਸਾਨੂੰ ਪਰਮਾਤਮਾ ਦਾ ਨਾਮ ਜਪਣਾ ਵੀ ਔਖਾ ਲੱਗ ਰਿਹਾ ਹੈ। ਅੱਜ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਵੀ ਔਖਾ ਲੱਗ ਰਿਹਾ ਹੈ, ਕਿਉਂਕਿ ਜੋ ਬਾਹਰ ਦੇ ਰੂਪ ਰੰਗ ਨੇ ਇਹਦੇ ਵਿੱਚ ਹੀ ਸਾਡਾ ਜੀਵਨ ਜੁੜ ਕੇ ਰਹਿ ਗਿਆ। ਪਰ ਸਤਿਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਹੇ ਮਨੁੱਖਾ ਜੀਵ, ਤੂੰ 4 ਦਿਨ ਦੀ ਜ਼ਿੰਦਗੀ ਸੰਸਾਰ ਦੇ ਵਿੱਚ ਕੱਟਣ ਵਾਸਤੇ ਆਇਆ ਹੈ, ਇਹ ਸੱਚ ਕਬੂਲ ਕਰ। ਤੂੰ ਆਪਣੇ ਆਪ ਨੂੰ ਸਦੀਵੀ ਸੱਚ ਮੰਨ ਕੇ ਬੈਠਾ ਹੈ, ਇਹ ਕੂੜ ਹੈ, ਇਹ ਝੂਠ ਹੈ। ਬਚਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ। ਸਾਹਿਬ ਕਹਿੰਦੇ ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਜਾਨ ਲਿਹੋ ਰੇ ਮੀਤ ਦਾ ਮਤਲਬ ਕਿ ਅਸੀਂ ਇਸ ਗੱਲ ਨੂੰ ਭੁੱਲ ਗਏ ਹਾਂ। ਇਹ ਗੱਲ ਸਾਡੀ ਜਿਹੜੀ ਹੈ ਵਿਸਰ ਗਈ ਹੈ ਸਾਡੇ ਦਿਮਾਗ ਵਿੱਚੋਂ ਕਿ ਇਹ ਜਗਤ ਦੀ ਰਚਨਾ ਝੂਠੀ ਹੈ। ਜੋ ਅੱਜ ਹੈ ਕੱਲ ਨਹੀਂ ਹੋਵੇਗੀ, ਜੋ ਅੱਜ ਦਿਸ ਰਿਹਾ ਹੈ ਉਹ ਕੱਲ ਨਹੀਂ ਦਿਸੇਗਾ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹੈ, ਜਿਉ ਬਾਲੂ ਕੀ ਭੀਤ। ਜਿਸ ਤਰ੍ਹਾਂ ਇੱਕ ਰੇਤ ਦੀ ਕੰਧ ਨਹੀਂ ਕਦੀ ਰਹਿ ਸਕਦੀ, ਇਸੇ ਤਰ੍ਹਾਂ ਤੇਰਾ ਜੀਵਨ ਸਦਾ ਲਈ ਰਹਿਣ ਵਾਸਤੇ ਨਹੀਂ। ਇਹ ਜੀਵਨ ਸਦੀਵੀ ਕਾਲ ਵਾਸਤੇ ਨਹੀਂ ਮਿਲਿਆ, ਇਹ ਤੇ ਮਿਲਿਆ ਹੈ ਪਰਮਾਤਮਾ ਨਾਲ ਸੱਚ ਵਿੱਚ ਲੀਨ ਹੋਣ ਵਾਸਤੇ, ਸੱਚ ਵਿੱਚ ਸਮਾ ਜਾਣ ਵਾਸਤੇ।
ਮਨੁੱਖਾ ਦੇਹੀ ਦਾ ਬਸ ਇਹੀ ਲਾਇਆ ਹੈ ਕਿ ਅਸੀਂ ਕੂੜ ਵਿੱਚੋਂ ਨਿਕਲ ਕੇ ਸੱਚ ਵਿੱਚ ਸਮਾ ਜਾਈਏ। ਜਨਮ ਤੇ ਬਹੁਤ ਨੇ, ਜੂਨਾਂ ਵੀ ਬਹੁਤ ਨੇ, ਪਰ ਮਨੁੱਖਾ ਜਨਮ ਨੂੰ ਇੱਕ ਮੌਕਾ ਦਿੱਤਾ ਹੈ, ਇੱਕ ਵਾਰੀ ਦਿੱਤੀ ਹੈ ਕਿ ਤੂੰ ਕੂੜ ਵਿੱਚੋਂ ਨਿਕਲ ਕੇ ਸੱਚ ਦੇ ਵਿੱਚ ਸਮਾ ਸਕੇ। ਪਰ ਹੋਇਆ ਕਿ ਦੁਨੀਆ ਦੇ ਰੂਪ ਰੰਗ ਐਸੇ ਸਾਡੇ ਦਿਮਾਗ ਦੇ ਅੰਦਰ ਬੈਠ ਗਏ ਕਿ ਜਿਹੜੀ ਅਸੀਂ ਕੂੜ ਦੀ ਪਾਲ ਤੋੜਨ ਵਾਸਤੇ ਆਏ ਸਾਂ, ਉਹ ਕੂੜ ਦੀ ਪਾਲ ਅਸੀਂ ਹੋਰ ਮਜ਼ਬੂਤ ਕਰ ਬੈਠੇ। ਫਿਰ ਸਾਨੂੰ ਸਵਾਲ ਕਰਕੇ ਪੁੱਛਣਾ ਪਿਆ ਵੀ ਹੁਣ ਇਹ ਦੀਵਾਰ ਟੁੱਟੇਗੀ ਕਿਵੇਂ, ਕਿਉਂਕਿ ਕੂੜ ਦੇ ਨਾਲ ਤੇ ਜਨਮ ਸਫਲ ਨਹੀਂ ਹੋਣਾ। ਝੂਠ ਦੇ ਜ਼ਿੰਦਗੀ ਵਿੱਚ ਜਿਉਂਦਿਆਂ ਹੋਇਆਂ ਜੀਵਨ ਸਫਲ ਨਹੀਂ ਹੋਣਾ। ਸੱਚ ਤੇ ਝੂਠ ਦਾ ਕਦੀ ਮੇਲ ਨਹੀਂ ਹੋ ਸਕਦਾ। ਕੁੜਿਆਰ ਤੇ ਸਚਿਆਰ ਕਦੀ ਇਕੱਠੇ ਨਹੀਂ ਬਹਿ ਸਕਦੇ। ਜੇ ਪਰਮਾਤਮਾ ਦੇ ਵਿੱਚ ਆਤਮਿਕ ਤਲ ਤੇ ਸਮਾਉਣਾ ਹੈ ਤੇ ਫਿਰ ਸਾਨੂੰ ਕੂੜ ਦੀ ਪਾਲ ਤੋੜਨੀ ਪਏਗੀ। ਇਹ ਭੁਲੇਖਾ ਕੱਢਣਾ ਪਏਗਾ ਕਿ ਮੈਂ ਤੇ ਦੁਨੀਆ ਵਿੱਚ ਸਿਰਫ 4 ਦਿਨ ਦੀ ਜ਼ਿੰਦਗੀ ਜਿਉਣ ਵਾਸਤੇ ਆਇਆ। ਪਰ ਭੁਲੇਖਾ ਪੈ ਗਿਆ ਤੇ ਜਿਹੜੇ ਅਸਲ ਕਰਮ ਕਰਨੇ ਸਨ ਮੈਂ ਉਹ ਛੱਡ ਕੇ ਮਾੜੇ ਕਰਮ ਵਿੱਚ ਪੈ ਗਿਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੂੰ ਆਇਆ ਸੀ ਜ਼ਿੰਦਗੀ ਦਾ ਕੁਝ ਲਾਹਾ ਲੈਣ ਵਾਸਤੇ ਕਿ ਤੇਰੇ ਅੰਦਰੋਂ ਇਹ ਕੂੜ ਦੀ ਪਾਲ ਟੁੱਟ ਜਾਏ ਤੇ ਤੂੰ ਸੱਚ ਵਿੱਚ ਸਮਾ ਜਾਏ। ਪਰ ਹੋਇਆ ਕਿ ਅਸੀਂ ਇਸ ਨੂੰ ਸਦੀਵੀ ਸੱਚ ਮੰਨ ਕੇ ਬੈਠ ਗਏ। ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਅਸੀਂ ਜਿਹੜੇ ਕਾਰਜਾਂ ਵਿੱਚ ਕੰਮਾਂ ਵਿੱਚ ਰੁੱਝ ਗਏ, ਉੱਥੇ ਸਮਝਾਇਆ ਕਿ ਜ਼ਿੰਦਗੀ ਦਾ ਜਿਹੜਾ ਲਾਹਾ ਤੂੰ ਲੈਣਾ ਉਹ ਲੈ, ਤੇਰੀ ਜ਼ਿੰਦਗੀ ਦੀ ਰਾਤ ਮੁੱਕਣ ਤੇ ਆ ਗਈ ਹੈ। ਬਾਣੀ ਦੇ ਵਿੱਚ ਸਾਨੂੰ ਬੜੇ ਭੁਲੇਖੇ ਸਾਡੇ ਅੰਦਰੋਂ ਕੱਢੇ ਨੇ। ਜੋ ਅਸੀਂ ਬਾਹਰੋਂ ਹਾਂ ਉਹ ਅੰਦਰੋਂ ਨਹੀਂ ਆ, ਤੇ ਜੋ ਅੰਦਰੋਂ ਆ ਉਹ ਅਸੀਂ ਬਾਹਰੋਂ ਨਹੀਂ ਆ। ਇਹ ਦੁਨੀਆ ਵੀ ਐਸੀ ਹੈ, ਜੋ ਦਿਸ ਰਹੀ ਹੈ ਉਹ ਸੱਚ ਨਹੀਂ ਹੈ, ਤੇ ਜੋ ਸਾਨੂੰ ਦਿਸ ਰਿਹਾ ਹੈ ਇਹ ਸੱਚ ਨਹੀਂ, ਤੇ ਜੋ ਨਹੀਂ ਦਿਸਦਾ ਉਹ ਸੱਚ ਹੈ। ਇਸ ਲਈ ਬਾਣੀ ਵਿੱਚ ਸਾਨੂੰ ਸਮਝਾਇਆ ਕਿ ਜਿਹੜੇ ਜਿਹੜੇ ਕਰਮ ਅਸੀਂ ਕਰ ਰਹੇ ਹਾਂ, ਹੇ ਪ੍ਰਾਣੀ, ਹੇ ਇਨਸਾਨ, ਤੂੰ ਆਪਣੇ ਕਰਮਾਂ ਦੇ ਵੱਲ ਝਾਤ ਮਾਰ ਤੇ ਤੂੰ ਵੇਖ, 4 ਗਵਾਇਆ ਹੰਡ ਕੈ 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕੇਰੇ ਕੰਮ। ਉੱਥੇ ਫਿਰ ਲੇਖਾ ਮੰਗਿਆ ਜਾਣਾ ਕਿ ਤੈਨੂੰ ਤੇ ਕੂੜ ਦੀ ਦੀਵਾਰ ਤੋੜਨ ਵਾਸਤੇ, ਤੈਨੂੰ ਭਰਮ ਭੁਲੇਖੇ ਵਿੱਚੋਂ ਨਿਕਲਣ ਵਾਸਤੇ ਤੈਨੂੰ ਮਨੁੱਖਾ ਦੇਹੀ ਵਿੱਚ ਭੇਜਿਆ ਸੀ ਕਿ ਤੂੰ ਇੱਥੇ ਜਾ ਕੇ ਇੱਕ ਕਰਮ ਕਰੀ। ਕਿਹੜਾ? ਪਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਉਂਕਿ ਇੱਥੇ ਆ ਕੇ ਹੀ ਪੂਰੇ ਦੇ ਚਰਨਾਂ ਵਿੱਚ ਜੁੜ ਕੇ ਹੀ, ਸੱਤ ਦੀ ਬਾਣੀ ਨਾਲ ਜੁੜ ਕੇ ਹੀ ਸਾਨੂੰ ਸਮਝ ਆਏਗੀ ਵੀ ਸੱਚ ਵਿੱਚ ਸਮਾਉਣਾ ਕਿਵੇਂ ਹੈ। ਇਹ ਬਾਣੀ ਸੱਚ ਹੈ ਔਰ ਸਾਡਾ ਜੀਵਨ ਹੈ ਕੂੜ ਨਾਲ ਭਰਿਆ। ਇਹ ਬਾਣੀ ਅਸਲੀਅਤ ਹੈ ਦੱਸਦੀ ਹੈ ਤੇ ਅਸੀਂ ਭਰਮ ਦੇ ਵਿੱਚ ਜੀ ਰਹੇ ਹਾਂ, ਅਸੀਂ ਭੁਲੇਖਿਆਂ ਵਿੱਚ ਜੀ ਰਹੇ ਹਾਂ। ਇਸੇ ਲਈ ਤੇ ਬਾਣੀ ਵਿੱਚ ਸਮਝਾਇਆ, ਕਹਿਣ ਲੱਗੇ ਤੂੰ ਮਾੜੇ ਕਰਮ ਕਰ ਰਿਹਾ ਹੈ ਇਹ ਭੁਲੇਖੇ ਵਿੱਚ ਕਿ ਮੈਂ ਸਦੀਵੀ ਸੰਸਾਰ 'ਚ ਰਹਿਣਾ, ਮੇਰੇ ਕੋਲੋਂ ਕੋਈ ਲੇਖਾ ਜੋਖਾ ਮੰਗਣ ਵਾਲਾ ਨਹੀਂ। ਇਹ ਭਰਮ ਨੂੰ ਤੋੜਨ ਵਾਸਤੇ ਹੀ ਬਾਣੀ ਦੇ ਰਾਹੀਂ ਸਾਡੇ ਤੱਕ ਇਹ ਸੰਦੇਸ਼ ਪਹੁੰਚਾਇਆ ਗਿਆ ਕਿ ਕਿਸੇ ਇਹ ਭੁਲੇਖੇ ਵਿੱਚ ਨਾ ਰਹੀ ਕਿ ਤੇਰੇ 4 ਦਿਨਾਂ ਦਾ ਹਿਸਾਬ ਨਹੀਂ ਤੇਰੇ ਤੋਂ ਮੰਗਿਆ ਜਾਣਾ। ਕਿਉਂਕਿ ਭਰਮ ਕਈ ਤਰ੍ਹਾਂ ਦੇ ਨੇ ਨਾ ਸਾਡੇ ਅੰਦਰ ਭੁਲੇਖੇ ਕਈ ਤਰ੍ਹਾਂ ਦੇ ਨੇ। ਜਿਸ ਤਰ੍ਹਾਂ ਰਾਤ ਨੂੰ ਹਨੇਰੇ ਵਿੱਚ ਰੱਸੀ ਪਈ ਹੋਵੇ ਤੇ ਸਾਨੂੰ ਭੁਲੇਖਾ ਪੈਂਦਾ ਹੈ ਵੀ ਉਹ ਸੱਪ ਹੈ। ਹੁਣ ਸੜਕ ਤੇ ਅਸੀਂ ਤੁਰੇ ਜਾਂਦੇ ਹੋਈਏ, ਧੁੱਪ ਤੇਜ਼ ਹੋਵੇ, ਸੂਰਜ ਦੀਆਂ ਕਿਰਨਾਂ ਦੇ ਨਾਲ ਭੁਲੇਖਾ ਪੈਂਦਾ ਵੀ ਅੱਗੇ ਤੇ ਪਾਣੀ ਖਲੋਤਾ ਹੈ, ਪਰ ਉਹ ਸੱਚ ਨਹੀਂ ਹੈ, ਉਹ ਇੱਕ ਭੁਲੇਖਾ ਹੈ। ਰਾਤ ਦੀ ਪਈ ਹੋਈ ਰੱਸੀ ਸੱਪ ਇੱਕ ਭੁਲੇਖਾ ਹੈ, ਉਹ ਸੱਚ ਨਹੀਂ ਹੈ।
ਸੁਪਨੇ ਦੇ ਵਿੱਚ ਜੋ ਅਸੀਂ ਵੇਖਿਆ ਉਹ ਸੱਚ ਨਹੀਂ ਹੈ, ਉਹ ਇੱਕ ਸਾਡਾ ਭਰਮ ਹੈ, ਉਹ ਸਾਡਾ ਇੱਕ ਭੁਲੇਖਾ ਹੈ। ਬਸ ਇਹ ਹੈ ਵੀ ਇੱਕ ਅੱਖ ਬੰਦ ਕਰਕੇ ਸੁਪਨਾ ਦੇਖਿਆ ਜਾਂਦਾ ਹੈ, ਇੱਕ ਅੱਖ ਖੋਲ ਕੇ ਦੇਖਿਆ ਜਾਂਦਾ ਹੈ। ਕਹਿਣ ਲੱਗੇ ਭਾਵੇਂ ਸੁਪਨਾ ਹੋਵੇ ਅੱਖ ਬੰਦ ਦਾ, ਭਾਵੇਂ ਹੋਵੇ ਅੱਖ ਖੁੱਲੀ ਦਾ, ਇਹ ਤੇ ਤੂੰ ਭਰਮ ਜਿੰਨਾ ਚਿਰ ਅੰਦਰੋਂ ਭਰਮ ਦੇ ਜਾਲ ਵਿੱਚੋਂ ਨਿਕਲੇਗਾ ਨਹੀਂ ਨਾ, ਉਨਾ ਚਿਰ ਤੇਰਾ ਇਹ ਜਨਮ ਜਿਹੜਾ ਇਹ ਸਫਲ ਨਹੀਂ ਹੋ ਸਕਦਾ। ਉਨਾ ਚਿਰ ਤੂੰ ਸੱਚ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੋ ਸਕਦਾ। ਅੰਦਰ ਕੀ ਹੈ? ਭਰਮ ਹੈ। ਫਿਰ ਦੁਹਰਾਦੇ ਹਾਂ, ਭਰਮ ਕਈ ਤਰੀਕਿਆਂ ਦਾ ਹੈ। ਜਿਵੇਂ ਸਾਹਿਬ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਹੁਣ ਹੈ ਤੇ ਰਾਜਾ ਸੀ, ਸੁਪਨੇ ਵਿੱਚ ਭਿਖਾਰੀ ਬਣ ਗਿਆ। ਹੈ ਤੇ ਰਾਜਾ ਸੀ, ਸੁਪਨਾ ਐਸਾ ਆ ਗਿਆ, ਉਹ ਐਸੇ ਸੁਪਨੇ ਦੇ ਵਿੱਚ ਘਬਰਾਹਟ ਹੋ ਗਈ ਵੀ ਮੈਂ ਤੇ ਘਰ ਘਰ ਮੰਗਣ ਲੱਗ ਪਿਆ, ਮੈਂ ਤੇ ਰਾਜਾ ਸਾਂ, ਮੈਂ ਤੇ ਮੰਗਤਿਆਂ ਦੀ ਝੋਲੀ ਭਰਦਾ ਸਾਂ, ਅੱਜ ਮੈਂ ਖੁਦ ਮੰਗਣ ਲੱਗ ਪਿਆ। ਇੱਕਦਮ ਜਦੋਂ ਘਬਰਾ ਕੇ ਉੱਠਿਆ, ਅੱਖ ਖੁੱਲੀ ਤੇ ਦੇਖਿਆ ਨਹੀਂ, ਮੇਰਾ ਭਰਮ ਸੀ, ਇਹ ਮੈਨੂੰ ਭੁਲੇਖਾ ਪੈ ਗਿਆ ਵੀ ਇਹ ਮੈਂ ਭਿਖਾਰੀ ਬਣ ਗਿਆ। ਨਹੀਂ, ਸੱਚ ਕੀ ਹੈ? ਮੈਂ ਰਾਜਾ ਹੀ ਹਾਂ। ਅਸਲ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ ਉਹ ਸੱਚ ਨਹੀਂ ਹੈ। ਕਹਿਣ ਲੱਗੇ ਜੈਸਾ ਮਾਨੀਏ ਹੋਏ ਨਾ ਤੈਸਾ। ਜਿਸ ਤਰ੍ਹਾਂ ਦਾ ਮੰਨ ਕੇ ਬੈਠੇ ਆ ਉਸ ਤਰ੍ਹਾਂ ਨਹੀਂ ਹੈ। ਜੋ ਸੱਚ ਅਸੀਂ ਕਬੂਲਣਾ ਹੈ, ਉਹਨੂੰ ਕਬੂਲਣ ਵਾਸਤੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜ ਕੇ ਫਿਰ ਪਤਾ ਲੱਗੇਗਾ ਵੀ ਇਹ ਅੰਦਰ ਦੀ ਕੂੜ ਦੀ ਦੀਵਾਰ ਕਿਵੇਂ ਨਿਕਲੇਗੀ। ਕਿਉਂਕਿ ਅਸੀਂ ਇਸ ਜ਼ਿੰਦਗੀ ਵਿੱਚ ਜੀ ਰਹੇ ਹਾਂ ਕਿ ਸਾਡਾ ਲੇਖਾ ਮੰਗਣ ਵਾਲਾ ਕੋਈ ਨਹੀਂ, ਤੇ ਜੋ ਮੈਂ ਜਨਮ ਲੈ ਲਿਆ ਤੇ ਮੇਰੀ ਇਸ ਤੋਂ ਬਾਅਦ ਮੌਤ ਕੋਈ ਨਹੀਂ। ਹਰਨਾਕਸ਼ ਨੂੰ ਇਹੀ ਭੁਲੇਖਾ ਪੈ ਗਿਆ ਸੀ, ਇਹੀ ਭੁਲੇਖਾ ਪੈ ਗਿਆ ਵੀ ਮੌਤ ਤੇ ਮੈਨੂੰ ਆ ਹੀ ਨਹੀਂ ਸਕਦੀ, ਮੈਂ ਤੇ ਸਦੀ ਵੀ ਸੱਚ ਹਾਂ, ਮੈਂ ਤੇ ਸਦਾ ਲਈ ਰਹਿਣ ਵਾਲਾ ਹਾਂ। ਪਰ ਜਦੋਂ ਸੱਚ ਤੇ ਕੂੜ ਦਾ ਟਕਰਾਅ ਹੋਇਆ ਤੇ ਗਿਆ, ਸਤ ਪ੍ਰਕਾਸ਼ ਹੋ ਗਿਆ। ਦੁਨੀਆ ਦੇ ਅੰਦਰ ਦੋ ਚੀਜ਼ਾਂ ਦਾ ਹੀ ਟਕਰਾਅ ਹੈ, ਸੱਚ ਦਾ ਤੇ ਝੂਠ ਦਾ। ਸੱਚ ਦਾ ਤੇ ਝੂਠ ਦਾ। ਉਹ ਵੱਖਰੀ ਗੱਲ ਹੈ ਵੀ ਕੂੜ ਇਸ ਵੇਲੇ ਪ੍ਰਧਾਨ ਬਣ ਗਿਆ। ਉਹ ਵੱਖਰੀ ਗੱਲ ਹੈ ਕਿ ਕੂੜ ਦਾ ਫੈਲਾਅ ਜ਼ਿਆਦਾ ਹੋ ਗਿਆ ਹੈ, ਪਰ ਸੱਚ ਆਪਣੀ ਜਗ੍ਹਾ ਤੇ ਇੱਕ ਹੈ। ਜਿਵੇਂ ਕਹਿੰਦੇ ਨੇ ਨਾ ਸਿਆਣੇ ਵੀ ਝੂਠ ਬੋਲਣਾ ਹੋਵੇ ਤੇ 100 ਝੂਠ ਬੋਲਣਾ ਪੈਂਦਾ ਹੈ, ਇੱਕ ਮਗਰ 100 ਬੋਲਣਾ ਪੈਂਦਾ ਹੈ। ਪਰ ਜਿਹੜਾ ਸੱਚ ਹੁੰਦਾ ਹੈ ਨਾ, ਉਹ ਇੱਕ ਹੀ ਬੜਾ ਹੁੰਦਾ ਹੈ। ਸੱਚ ਨੂੰ ਬੋਲਣ ਲੱਗਿਆਂ ਦੂਜੇ ਸੱਚ ਦੀ ਲੋੜ ਨਹੀਂ ਪੈਂਦੀ, ਸੱਚ ਆਪਣੇ ਵਿੱਚ ਹੀ ਬੜਾ ਹੈ। ਪਰ ਝੂਠ ਨੂੰ ਬਚਾਉਣ ਵਾਸਤੇ ਸਾਨੂੰ 100 ਝੂਠ ਜਿਹੜਾ ਹੈ ਉਹਦਾ ਸਹਾਰਾ ਲੈਣਾ ਪੈਂਦਾ ਹੈ। ਕਹਿੰਦੇ ਭਾਵੇਂ ਜਿੰਨਾ ਮਰਜ਼ੀ ਕੂੜ ਦਾ ਫੈਲਾਅ ਹੋ ਜਾਏ, ਪਰ ਸੱਚ ਨੇ ਤੇ ਸੱਚ ਹੀ ਰਹਿਣਾ। ਬਾਹਰੋਂ ਸਾਨੂੰ ਜਿੰਨੇ ਮਰਜ਼ੀ ਭੁਲੇਖੇ ਪੈ ਜਾਣ ਵੀ ਮੈਂ ਇਸ ਤਰ੍ਹਾਂ ਹੋ ਗਿਆ, ਮੈਂ ਇਸ ਤਰ੍ਹਾਂ ਹੋ ਗਿਆ, ਪਰ ਸੱਚ ਤੇ ਇਹੀ ਹੈ ਬੰਦਿਆ, ਜੋ ਉਪਜਿਓ ਸੋ ਬਿਨਸ ਹੈ ਪਰੋਂ ਆਜ ਕੇ ਕਾਲ। ਸੱਚ ਤੇ ਇਹੀ ਹੈ ਵੀ ਤੂੰ ਵਾਹਿਗੁਰੂ ਦੇ ਗੁਣ ਗਾਲੇਗਾ, ਜਿਹੜਾ ਕਾਰਜ ਕਰਨ ਲਈ ਤੂੰ ਆਇਆ ਹੈ, ਜਿਸ ਕਰਕੇ ਤੇਰੀ ਕੂੜ ਦੀ ਦੀਵਾਰ ਅੰਦਰੋਂ ਟੁੱਟੇਗੀ, ਅਗਰ ਉਹ ਕਰਮ ਕਰੇਗਾ ਤੇ ਫਿਰ ਤਾਂ ਤੇਰੀ ਜ਼ਿੰਦਗੀ ਦਾ ਸਫ਼ਰ ਸਫਲ ਹੋਣਾ ਹੈ। ਉਹ ਕੀ ਹੈ? ਜੋ ਉਪਜਿਓ ਸੋ ਬਿਨਸ ਹੈ ਪਰੋਂ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਛੱਡਦੇ ਜੰਜਾਲ ਦੁਨੀਆ ਦੇ, ਕਿਉਂਕਿ ਇਹ ਕੂੜ ਹੈ, ਇਹ ਬਿਨਸਨਹਾਰ ਹੈ, ਇਹ ਬਿਨਸ ਜਾਣ ਵਾਲਾ ਹੈ। ਪਰ ਭੁਲੇਖਾ ਕੀ ਪੈ ਗਿਆ ਵੀ ਮੈਂ ਤੇ ਕਦੀ ਬਿਨਸਣਾ ਹੀ ਨਹੀਂ, ਜੋ ਮੈਂ ਕਰ ਰਿਹਾ ਉਹ ਠੀਕ ਹੈ, ਜੋ ਮੈਂ ਕਰ ਰਿਹਾ ਉਹ ਸੱਤ ਹੈ। ਤਾਂ ਹੀ ਤੇ ਆਖਿਆ ਸੀ ਮੇਰੇ ਮਾਲਕ, ਇਹ ਦੁਨੀਆ ਨੂੰ ਕਿੱਡਾ ਵੱਡਾ ਭੁਲੇਖਾ ਪੈ ਗਿਆ, ਦੁਨੀਆ ਨੂੰ ਕਿੱਡਾ ਵੱਡਾ ਭੁਲੇਖਾ ਪੈ ਗਿਆ। ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਇੱਕ ਇਹ ਵੀ ਭੁਲੇਖਾ ਸਾਡੇ ਅੰਦਰ ਬਣ ਗਿਆ। ਮੇਰਾ ਦਾਮਨ ਤੇ ਕਾਲਾ ਹੈ, ਮੇਰਾ ਆਚਰਣ ਤੇ ਮੈਲਾ ਹੈ, ਮੇਰਾ ਜੀਵਨ ਤੇ ਦਾਗੀ ਹੈ, ਪਰ ਲੋਕ ਕਹਿਣ
दरवेश, क्योंकि ये भी सानू एक भरम पै गया, जिन्हों असी दरवेश कर रहे हैं असल विच ते ओ दागी है, असल दे विच ते ओदा आचरण मैला है, पर असी इस भरम दे विच भी ये दरवेश है। तो कहण लगे भुलेखे कई तरह के ने साडे अंदर, उन्हों कढ़ण वास्ते साहब कहते अज कूड़ दा ठीक है मन्निया भी बोल बाला ज्यादा है, क्योंकि शर्म धर्म दोए छप खलोए, कूड़ फिरे प्रधान वे लालो। ये ठीक है भी धर्म ते शर्म जड़े ने वो छुप गए अज समाज विच, अज असी दुनिया दे अंदर, अज असी बाजारां विच संसार विच देख रहे हैं धर्म ते शर्म कित्थे रह गई। अब जी सियाणे बैठे हो, अज शर्म ते धर्म कित्थे रह गई है। अज ते सिर्फ यही है भी झूठ दा बोल बाला, भरम जिहड़ा है वो दुनिया नूं भरम विच पा के लुटिया जा रहा है, छलिया जा रहा है, ठगिया जा रहा है, और असी भी उस भरम दे जाल विच फस के लुटे जा रहे हैं, असी भी ठगे जा रहे हैं। क्योंकि जो दिखाया जा रहा है वो सच नहीं है, तो जो नहीं दिखाया जा रहा वो सच है। जैसा मानिए होए ना तैसा, जो असी मन के बैठे हैं वैसा नहीं है। तो भरम नूं तोड़दियां होइयां धन गुरु ग्रंथ साहिब महाराज जी की बाणी विच होर बेअंत बचन आउंदे ने। कहण लगे है जीव किसे ए भुलेखे विच भी ना रही तू कि तेरे तो लेखा किसे ने नहीं मंगना। यह भी भुलेखा अपने मन विचों कढ़ दे। बहु पर पंच कर पर धन ले आवे, सुतदारा पै आन लुटावे। कहन लगे किते भुलेखे च ना रही तू चोरियां करे, ठगियां करे, लुट्टां करे, खोहां करे, ते तू आखे भी मैनू किहड़ा कोई वेखदा है। असी भरम दे विच भुलेखे दे विच दुनिया नूं पा सकदे हां, पर असी रब नूं नहीं पा सकदे। असी परमात्मा नूं ठग नहीं सकते, छल नहीं सकते, दुनिया नूं ठग सकते हैं। जिथे तक साडा जोर चलता है असी दुनिया नूं लुट भी रहे हैं, ठग भी रहे हैं, पर परमात्मा नूं नहीं ठगिया जा सकता। इसलिए सानू सच दे जिहड़े ने बोल वो साडी झोली विच पा के समझाउंदे पए ने। मन मेरे भूले कपट न कीजै, अंत नबेरा तेरे जी पै लीजै। किते भुलेखे विच ना रही भी जो मैं हाँ मैं ही हाँ। हरनाकश ने आखिया मैं ही मैं हाँ, पर जदों सच सामने प्रहलाद खड़ा हो गया, आपस दे विच टकराव हो गया। ये झगड़े क्यों हुंदे ने? झगड़े किस गल दे ने? इसे गल दे ने सच ते झूठ जदों भी सामने आएगा आपस विच टकराव होएगा ही होएगा, आपस विच टकराव होएगा ही होएगा। इसलिए ते सचियार कोल कुड़ियार बह नहीं सकता, इसलिए ते सच दे कोल झूठ कदी बह ही नहीं सकता। कुड़ियार कुड़ियारी जाए रले। कुड़ियार जड़ा ना वो कुड़ियारां दे विच झूठ झूठ विच ही समा सकदा है, सच सच विच समा सकदा है। हुण तुसीं लाल रंग नूं हरे रंग विच किवें समा दिओगे? लाल रंग ने लाल रंग विच ही समाउणा है, चिट्टे ने चिट्टे रंग विच ही समाउणा है। झूठ ते सच कदी इकट्ठा नहीं हो सकदा। ते जदों ये इकट्ठे होणगे उत्थे टकरा जरूर होएगा, उत्थे वाद विवाद जरूर होएगा, उत्थे झगड़ा जरूर होएगा। तो साहब कहंदे तू क्यों ये झगड़ियां दी जिंदगी विच पै के झगड़ा कर रहा है? सच कबूल कर। सच ये है कि जो आया सो चल सी, सब कोई आई वारी है। सच ये है। सच तो यह है भी किन्ना क्यों चिर तू जिंदगी जी के अपने भुलेखे दे विच तू मान करदा रहेगा भी मैं हाँ, पर एक दिन तेरी ये मैं खत्म हो जाएगी, एक दिन तेरी हस्ती दुनिया तो मिट जाएगी। तो फिर असी की कीता? असी फिर सचियार होने वास्ते बाहरों कुछ जुगतियां बना लईआं। आप जी जपजी साहब रोज पढ़ते हो, असी फिर बाहरों ना कुछ जुगतियां बना लईआं कि यह कूड़ जिहड़ा है वो साडे अंदरों खत्म हो जाए। पर धन गुरु नानक साहब महाराज कहंदे ये भी भुलेखे विच ना रही, जिहड़ियां जुगतियां तू बना के बैठा है, इदां ये कूड़ दी पाल नहीं टुटणी, इदां तेरे अंदरों ये भरम नहीं खत्म होना।
जुगती लैनी है ते पूरे गुरु कोलों लै, अधूरे कोलों ना लै। तू भी अधूरा है ते जे किसी अधूरे कोलों लेगा उदी जुगती भी अधूरी होवेगी। लैनी है ते पूरे गुरु कोलों जुगती लै। गुर कृपा जह नर को कीनी ते ए जुगत पछानी। नानक लीन भयो गोबिंद स्यों ज्यो पानी संग पानी। गुर कृपा, गुरु होवे पूरा, पूरा गुरु होवे, अधूरा ना होवे। क्योंकि अधूरे ने ते फिर अधूरी जुगती देनी है, फिर अध विचकार लटकते रवांगे। पूरे गुरु कोलों जुगती लवांगे ते फिर जिवें पानी विच पानी समा जांदा है ना, उहदे लई भी जुगती है। क्योंकि पानी विच पानी भी समाउण वास्ते जुगती चाहिदी है। जे पानी बहुता गर्म हो जाएगा ते भाप बन जाएगा, तां भी नहीं समाएगा, तां भी पानी नहीं समाएगा, क्योंकि उहदे भाप बन गया। पानी बहुता ठंडा हो गया ते वो बर्फ बन गया, तां भी पानी विच नहीं समाएगा। भाप बन के उड़ गया ते बर्फ बन के तैरन लग पिया, समाया ते फिर भी नहीं हो। ये जुगती गुरु ने देनी है कि तू आ जुगती लै। इस जुगती नाल तू जदों जुड़ेगा, कहन लगे फिर इस तरह हो जाएगा जियों पानी संग पानी, जिवें पानी दे विच पानी समा जांदा है। तो असीं की कीता, फिर असीं बाहरों सच दी मूरत बना लई, पर अंदर ते साडे ओही कूड़ भरिया होया है। बाहरों ते असीं गली चंगी पकड़ ली, राह चंगा पकड़ लिया, पहरावा चंगा पा लिया, बाहरों ते धार्मिक चिन्ह बना ले, पर अंदर ते ओही कुछ भरिया होया है, अंदर ते ओही कुछ है। गल्ली असीं चंगियां आचारी बुरियां हां, मनो कसुद्धा कालियां बाहर चिट वियाह। बाहरों ते चिट्टे हो गए पर अंदरों ते काले। बाहरों ते असीं गलियां चंगियां पकड़ लियां, राह चंगे पकड़ ले, पर अंदरों आचरण ते माड़ा है, अंदरों सोच ते माड़ी है, अंदरों विचार ते माड़ी है। तो कहंदे बाहरों तू जिहड़ा विखावा कर रहे हैं, इहदे नाल तैनूं सच विच समाउण दी जुगती नहीं मिलनी। तो की कीता असीं बाहरों इशनान करना शुरू कर दिता, बाहरों सुचमता बनानी शुरू कर दी। असीं बाहरों भुखे रहना शुरू कर दिता, असीं बाहरों चुप रहना शुरू कर दिता। पर धन गुरु नानक महाराज कहन लगे, ध्यान रखी सोचै सोच ना होवई, जे सोची लख वार। तू लखां वार सुचमता बना लै, पर तेरे अंदर दा कूड़ नहीं खत्म होना, तेरे अंदर दा भरम नहीं। भरम फिर भी तेरे अंदर बनिया रहेगा, ते जिन्ना चिर भरम बनिया रहेगा असीं सत विच समा नहीं सकते हैं। सुचमता लख वारी होवे, लखां वारी होवे, एक दो चार दफा नहीं होवे, लख वारी। कहन लगे चुपै चुप ना होवई, जे लाए रहा लिव तार। तू चुप ला करके बह गया, लिव बना के तार, एक तार हो के बह गया, मौन धार के बह गया। इदां भी तेरा अंदरों भरम नहीं मिटना, इदां भी तू सच विच नहीं समा सकेगा। फिर असीं बाहरों जुगती बना लई, भुखिया भुख न उतरी, जे बन्ना पुरियां भार। कहन लगे भुखे रहना शुरू कर दिता, पर भुखिया रहन नाल भी भरम नहीं मिटना। जे साडे चुप रहन नाल भरम मिटदा होवे, फिर सानू सतसंग करन दी लोड़ ही नहीं, कथा कीर्तन दी लोड़ ही नहीं। फिर ते घर बैठो आराम नाल मौन धार के, एक दिन भरम अंदरों निकल जाएगा। पर इंज नहीं हुंदा, इस तरह नहीं हुंदा। जे भुखिया रह के भरम जाल खत्म हो जावे, तो फिर सानू की लोड़ है गुरुद्वारे धार्मिक स्थानां ते सतसंग करन दी। असीं घर बैठिए भुखे वर्त रख के बह जाइए ते भरम अंदरों निकल जाएगा। पर इस तरह भी नहीं हुंदा, इस तरह भी नहीं हुंदा। भुखिया भुख न उतरी, जे बन्ना पुरियां भार। फिर असीं अपनियां सियाणपां वरतनियां शुरू कर दित्तियां। सहस सियाणपा लख होए तां इक ना चले नाल, एक ना चले। एक सियाणप तेरी नहीं चलेगी जदों तू अंदर दी कूड़ दी दीवार नूं तोड़न लई चलेगा।
क्योंकि ये जिहड़े पहरेदार ने ना ये बड़े मजबूत ने, ये तोड़न ही नहीं देणगे दीवार। कौन ने? काम क्रोध लोभ मोह अहंकार, ये तोड़न ही नहीं देणगे जिन्ना मर्जी तुसीं यतन करदे रहो, जिन्नी मर्जी कोशिश करते रहो। जदों ये सारे भरम साडे दूर हो गए ना, ये बाहर दे कि भुखियां रह के भी नहीं सच विच समाया जाना, चुप करके भी सच विच नहीं समाया जाना, वर्त रख के भी सच विच नहीं समाया जाना, सियाणप चलाकियां चतुराइयां वरता के भी सच विच नहीं समाया जाना, तो फिर असीं गुरु दे दर ते आइए ते आके की कहना है? तू समरथ वड्डा मेरी मत थोरी राम। मैं बड़ियां सियाणपां वरता के वेख लईआं पर मैं कूड़ दे विचों दी निकल नहीं सकिया। हुण मैं तुच्छ मत लैके तुहाडे अगे एक सवाल करदा, किम सचियारा होई है किम कूड़ है टुटै पाल। मैनू दस दिओ भी मेरे अंदर दी कूड़ दी दीवार किवें टुटेगी, क्योंकि मैं कूड़ विच जी रहा, झूठ विच जी रहा, मैं भरम दे विच जी रहा, मैं आप भी छल विच जिहड़ा है वो जी रहा ते दूजियां नाल भी मैं छल कपट कर रहा। दुनिया मेरे नाल छल कपट कर रही है, मैं दुनिया नाल छल कपट कर रहा। बस आ साडी जिंदगी है। किम सचियारा होई है, सानू कुछ दसो, कुछ राह पाओ जो साडा ये सच वाला जीवन बन सके। तो अज दी विचार धन गुरु नानक देव महाराज कहन लगे, कूड़ राजा कूड़ प्रजा कूड़ सब संसार। जे तू अपनी दीवार तोड़ना चाहना है तो फिर ध्यान ला के सुन। धन गुरु नानक साहब महाराज कहते ध्यान ला के सुन, यह जिहड़ा राजा दिस रहा है ये भी फरेब है, ये भी भरम है, ये भी एक छल है, ये भी एक कपट है। क्योंकि ये सदीवी रहने वाला नहीं है, ये अज है कल इहदी जगह ते कोई होर होवेगा, कल इहदी जगह ते कोई होर होवेगा। ये जड़ी प्रजा दिस रही है ये भी सच नहीं है, ये भी झूठ है, ये भी एक भुलेखा है, ये भी एक भरम है, और सारा संसार ही एक कूड़ है। पूरे दा पूरा संसार ही एक भरम है जिहदे विच असीं जीड़ रहे हैं। कूड़ मंडप कूड़ माड़ी कूड़ बैसण हार। साडा जिहड़ा ये मंडप बनिया होया है कहंदे ये भी किहड़ा झूठ है, फरेब है। और जेड़े महल माड़ियां असीं बना के सत समझी बैठे हैं वो भी एक भरम है साडा कि मैं इस महल दे विच सदा रहना। सदा ते कोई भी नहीं रहा, सदीवी ते कोई भी नहीं रहा। राम गयो रावण गयो जांको बहु परवार। साडा भरम तोड़न वास्ते ना गुरु तेग बहादुर साहब महाराज जी दे सलोक बड़े प्यार वाले ते बड़े कमाल दे गहराई विच जाण वाले सलोक ने। भरम नूं तोड़दियां होइयां कह रहे ने किते तू ये मंडप किते माड़ी इन्हां विच बैसण वाला जिहड़ा है वो भरम दे विच ना रवे भी मैं हुण बह गया ते मैनू मेरे महल विचों कोई कढ नहीं सकदा। मेरे इस संगमरमर दे बने हुए घर विचों मैनू कोई कढ नहीं सकदा। इत्थे ते सोने दी लंका वाले छड्ड के चले गए। जिन्हां कोल सोने दी लंका सी वो भी लंका भी इत्थे ही रह गई, तुर गए दुनिया तो। ये भरम विच जी रहे हैं असीं। कहंदे एक राजे दे ना महल दे बाहर एक फकीर आ गया, कहन लगा भी मैं इस सरां दे विच थोड़ा समा कटना है। सिपाही हैरान हो गया, कहन लगे फकीर जी तुहानू दिसदा नहीं एडा वड्डा महल है राजे दा, ये कोई सरां है, ये ते महल है। फकीर कहन लगा नहीं मैनू ते ये सरां दिसदी है जिथे आउंदे ने लोग, जांदे ने, आराम करदे ने, 2-4 घड़ियां रहिंदे ने, चले जांदे ने, मैनू ते सरां दिसदी है। सिपाही कहंदा साडे राजे नू पता लग गया ते गुस्सा करेगा, गुस्सा करेगा। वो कहन लगे नहीं ये सरां है। इन्ने नू राजा आ जांदा है, पुछदा की होया, कहंदे ये तुहाडे महल नू सरां कह रहा है। राजे ने भी आखिया साईं जी फकीर जी सरां मैं अगे बनाई है, थोड़ा अगे जाओ, अगे मैं सरां बनाई है रहन वास्ते, ये मेरा राज महल है। फकीर ने फिर वही गल आखी, कहन लगे नहीं ये सरां है, ये तेरा राज महल नहीं है।
राजा हैरान हो गया भी इनू सरां दे विच ते राज महल विच फर्क ही नजर नहीं आउंदा। ये किन्हां नूं नजर आउंदा? जिहड़े कूड़ दे विच जी रहे ने, जिहड़े भरम दे विच जी रहे ने, उन्हां नूं नजर आउंदा है भी ये महल, ये माड़ियां, ये जड़ियां ने, ये साडियां ने। कहंदे चल फिर एक गल दस, जदों मैं पहला भी आया सां ते इस तखत ते कोई होर राजा बैठा सी, अज तू राजा है, तेरे तो पहला कोई होर सी? कहन लगे हाँ मेरा पिता सी, मेरे पिता जी सन। उन्हां तो पहला भी कोई इत्थे होर राजा होवेगा? हाँ मेरे पिता दे पिता सन। तो उन्हां तो पहला भी कोई होर होवेगा? चलते गए किथे गल मुकनी सी? किते भी नहीं सी मुकनी। इत्थे फिर सरां ही है। कहन लगे तेरे दादे पड़दादे तेरे अगां तो अगां चलते आए, हुण तू आया, तेरे तो बाद तेरा पुत्र आ जाएगा। 4 दिन वो कट गए, 4 दिन तू कट जाएगा, 4 दिन तो बाद तेरे पुत्र 4 दिन कट जाएंगे। ये सरां नहीं तो फिर होर की है? ये सरां नहीं है तो फिर होर की है? कहन लगे ये दुनिया दे विच 4 दिन की जिंदगी असीं कट्टण वास्ते आए हैं। बस ये है भी इन्हां 4 दिनां विच साडे ये कूड़ दी दीवार टुट जाए, ये भरम साडे अंदरों निकल जाए। ते भरम तोड़न लई सानू समझाया किथे तेंडे मापिया जिन्नी तू जने होए, तैं पासों ओ लद गए, तू अजे ना पति नोए। हजे तक तेनू समझ नहीं आया भी ये भरम है, ये भुलेखा है, ये छल है, ये कपट है जिथे मैं जी रहा हाँ। मैं ते सच विच समाउणा है, मैं ते सच विच लीन होना है। तो धन गुरु नानक साहब महाराज की कह रहे ने, कहंदे भरम दी दीवार टुटेगी जदों तू ओदी हुक्म नूं मन्नेगा, जदों तू ओदी रजा विच चलेगा। ते ओदा हुक्म यही है, जैसे जल ते बुध बुधा उपजै बिनसै नीत, जग रचना तैसे रची, कहो नानक सुन मीत। फिर ओदा ते हुक्म यही है कि जिवें पानी उत्ते बुलबुला बनिया, वो गल वखरी भी बुलबुले नूं अपने ते माण हो गया, नहीं मैं ते एडे वड्डे पानी उत्ते राज करदा, मैं ते राज करदा। कहन लगे नहीं, उपजै बिनसै नीत, उपजदा भी है, बिनसदा भी है, आउंदा भी है, चला भी जाता है। ये उस मालक दा हुक्म है, जो आया सो चल सी, सब कोई आई वारिए। बड़े बड़े राजे महाराजे नहीं रहे ते प्राणी तू कित्थों रहेगा? फिर किस गल दा असीं भरम विच जी के मान कर रहे हैं? काहदा हंकार है सानू? असीं किहड़े हंकार विच जी रहे हैं, जद कि ये हंकार साडा एक दिन खत्म हो जाएगा। बाबा फरीद जी दे बड़े कमाल दे बोल ने बाणी विच, कहंदे कई बारी ना साडा मत्था टेकण लगियां भुलेखा पै जांदा है भी दस्तार नूं किते मिट्टी ना लग जाए। ठीक है, बड़ी सोहनी दस्तार बन्नी हुई है, बड़ी सोहने रंग दी बन्नी हुई है, पर ऐ मान ना करी भी मैं बड़ा उच्चा वा, मैं बड़ा सुच्चा वा। फरीदा मैं भुलावा पग दा, भुलेखा ते मैनू भी पै गया, भुलेखा ते मैनू भी पै गया, मैं भी भरम दे विच ही सां। पर हुण मेरे अंदरों आवाज आई ते पता लगा, फरीदा मैं भुरावा पग दा, मत मैली हो जाए, गहला रूह ना जानी, सिर भी मिट्टी खाए। किहड़े मन विच तू जी रहा है? एक दिन तेरा सिर भी ते मिट्टी विच ही रुल जाना है, एक दिन मिट्टी का ढेर ही ते हो जाना है। और की होना है? अज तू संगतां दे चरनां दी धूड़ लैण तो पिछे हटदा, अज तू मत्था टेकण लगिया सिर नाल लगाउण तो घबरांदा है। एक दिन गहला रूह ना जानही, सिर भी मिट्टी खाए। ये भरम तोड़े गए ने इन्हां बाणी दे, इन्हां बचनां राहीं। पर इंसान फिर भी भरम विच ही जीना चाहुंदा है। तो खैर धन गुरु नानक साहब महाराज कहते ये भी भुलेखा मन विचों कढ़ दे, कूड़ सोए ना कूड़ रूपा, कूड़ पहनन हार। जिस तन उत्ते तू ये सोना चांदी पा रहे हैं, ये भी मिट्टी है, ते जिस दिन शरीर मिट्टी हो गया उस दिन सोना चांदी भी मिट्टी हो जाएगा। इसलिए सानू ना सोने नाल जोड़िया ते ना चांदी नाल जोड़िया, सानू ते सरब लोह दे कड़े नाल जोड़िया। पर बड़ी हैरानी हुंदी है जदों दुनिया नूं वेखीदा है, असीं गुरु नूं भी मनदे हां पर अपनी भी असीं मन मर्जी छड्डदे नहीं हां।
अपनी भी मन मर्जी असी करनी छड्डदे नहीं हाँ। अज भी सानू सर्व लोह दा कड़ा उन्ना पसंद नहीं जिन्ना सानू सोने पाए हुए पसंद ने। जिन्हें सानू सोने की चमक जी है ना वो चंगी लगती है, तो फिर कड़े दे लोहे के कड़े नूं ते कोई हथ नहीं पाउंदा, जिहड़ा भी पाउंदा है सोने के कड़ियां नूं ही पाउंदा है। जिहदी भी निगाह मैली हुंदी है, लोहे का कड़ा वेख के मैली नहीं हुंदी है, सोने का कड़ा वेख के मैली हुंदी है। सोने के गहने पाए हुए वेख के मन मैला हो जाता है, फिर असी कहने लुटे गए हैं, ये हो गया, आ हो गया। क्यों हो गया? गुरु ने ते तेनों कहा सी तू सोने चांदी तो परे रह। गुरु ने ते कहा सी तू लोहे नाल जुड़, तेरे हथ ते लोहे वाला कड़ा पाया होगा। क्योंकि ये कूड़ है, एक भरम है, तुहानू भरम दे विच रखेगा। तुसीं इहदी चमक वेख के भरम विच पै जाओगे। पर चेते रखना, कूड़ सोयना कूड़ रूपा, कूड़ पैनन हार, कूड़ काया। ये जद तुहाडी काया ही कूड़ है, झूठी है। ये जद तुहाडा शरीर ही झूठा है, ये सदीवी रहन वाला नहीं। बचपन साडा सदा रह गया, नहीं रहा। कि साडा जोबन सदा साडे कोल रह गया, नहीं रहा, तो फिर बड़ेपा कित्थों रह जाएगा? ये भी एक दिन चला जाएगा। ये भी एक दिन वो वखरी गल कि असी दुनिया नूं बड़ेपा दिखाना नहीं चाहते। ये भी एक दुनिया नूं असी भरम दे विच पा रहे हैं। दुनिया कहती है तेरे ते बड़ेपा आ गया, वो कहता मेरे ते कित्थे आया है, मेरे ते अजे केस काले ने। ये पता ही नहीं भी ये लुक के काले करके आए, ये तो पता ही नहीं। ये तो दुनिया नूं भरम दे विच पा रहा है, पर बड़ेपा ते आ गया है। ये भुलेखे विच जी रहा है। कहने लगे तू दुनिया नूं भरम विच पा सकदा है, पर तू रब नूं भरम च नहीं पा सकदा। खैर, धन गुरु नानक साहब महाराज कह रहे ने ये काया भी कूड़ है, ते काया उत्ते पाया होया कपड़ा भी कूड़ है। और ये जड़े तेरे रूप ने, ये सुंदरता है, ये रंग है, ये आकार है, ये सब कुछ जड़ा ये कूड़ है। कूड़ मियां कूड़ बीबी खप होए खार। कहंदे पति ते पत्नी दा आपसी रिश्ता भी एक कूड़ दा ही है, सदीवी नहीं है, सदा रहने वाला नहीं है। पर ये खवार हो रहे ने आपस दे विच गूढ़ा। ये नहीं भी असी आपस विच गूढ़ा प्यार नहीं पाउना, पाउना है, पर इतना भी ना पाओ कि तुहानू अमृत वेला ही भुल जाए। इतना भी नेह दुनिया नाल ना पाओ कि तुहानू सतसंग विच आउणा ही भुल जाए। तुहानू रब्बी बाणी जिहड़ी है वो पढ़नी ही भुल जाए। कई ऐसे प्राणी मिलते ने जिहड़े कहंदे ने अज साडे कोलों नितनेम नहीं होया, अज मैं अमृत वेले नहीं उठिया। क्यों? क्योंकि 4 मेहमान आए हुए सन घर दे विच, रात देर हो गई ते अमृत वेले उठिया ही नहीं गया। अज मैं बाणी भी नहीं पढ़ी, तो फिर इहो जे प्यार नूं की करना जिन्हें सानू अमृत वेला साडे तो दूर कर दिता। इहो जे नेह नूं की करना, इहो जी प्रीत नूं की करना जिन्हें साडे अंदरों साडा अमृत वेला ही दूर कर दिता। तो गुस्ताखी माफ। धन गुरु नानक साहब महाराज कह रहे ने ये कूड़ है मियाँ, कूड़ है बीबी, पर असी खप के दुखी होके खवार हो रहे हैं। क्यों हो रहे हैं? क्योंकि कूड़ कूड़ है नेहों लगा। क्योंकि कूड़ दा कूड़ नाल ही ने, असी सच नाल ने किथे पाउंदे आ। सच सुनना बड़ा औखा है, सच सुनना बड़ा औखा है। झूठ ते असी 100 बारी सुन लांगे, पर सच एक बारी सुनना भी औखा है, कौड़ा लगता है। सच सुनना नहीं चाहते क्योंकि असी कूड़ विच जी रहे हैं, भरम दे विच जी रहे हैं। ते जदों साडा कोई भरम तोड़न आंदा है सानू वो चंगा ही नहीं लगता, चंगा ही नहीं लगता। तो गुरु साहब कहंदे मन तेनू कबूलना पएगा। की कबूलना पएगा? कूड़ कूड़ नेहों लगा। कहन लगे तेरा ने कूड़ नाल लगा होया है, सच नाल नहीं। क्योंकि जे सच नाल हुंदा फिर तेनू रब नहीं सी विसरना, फिर तेनू अमृत वेला नहीं सी भुलना, फिर तेनू सतसंग विच आउणा नहीं सी भुलना, फिर तेनू जपजी साहब दी बाणी पढ़नी नहीं सी भुलनी। पर होया कि कूड़ कूड़ है नेह लगा विसरिया करतार। रब ते भुल गया क्योंकि उहदियां दातां नाल प्यार पै गया। दात प्यारी विसरिया दातारा, दातार विसर गया, रब भुल गया। पर चेते रखियो जे दुनिया नाल प्यार पाके दुनिया बनाउण वाले नूं भुल गए ना, फिर की हाल होएगा? ये बाणी विचों तुहानूं दस्सिया।
ਬਾਣੀ ਵਿੱਚੋਂ ਤੁਸੀਂ ਪੜ੍ਹਦੇ ਵੀ ਹੋ, ਸੁਣਦੇ ਵੀ ਹੋ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜੇ ਵਿਸਰਿਆ ਕਰਤਾਰ ਤੇ ਆਹ ਹਾਲ ਹੋਏਗਾ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਫਿਰ ਰੋਗ ਤੇ ਦੁੱਖ ਤੋਂ ਸਿਵਾ ਸਾਡੇ ਪੱਲੇ ਹੋਰ ਕੱਖ ਨਹੀਂ ਰਹਿ ਜਾਏਗਾ, ਕੱਖ ਨਹੀਂ। ਰੋਜ਼ ਰੋਜ਼ ਸਮਝਾਇਆ ਜਾ ਰਿਹਾ ਹੈ, ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ। ਜਿਹਦੇ ਨਾਲ ਤੂੰ ਪ੍ਰੀਤ ਪਾ ਕੇ ਬੈਠਾ ਉਹ ਸੱਚ ਨਹੀਂ ਹੈ। ਉਹ ਕੀ ਹੈ? ਸੰਗ ਸਖਾ ਸਭ ਤਜ ਗਏ, ਕਉ ਨ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ, ਰਘੁਨਾਥ। ਜਿਹੜਾ ਸਦੀਵੀ ਸੱਚ ਹੈ ਨਾ, ਜੋ ਅਬਨਾਸ਼ੀ ਹੈ, ਕਦੇ ਨਾਸ਼ ਹੋਣ ਵਾਲਾ ਨਹੀਂ ਹੈ, ਤੂੰ ਉਹਦੇ ਨਾਲ ਪ੍ਰੀਤ ਪਾ, ਉਹਦੇ ਨਾਲ ਪ੍ਰੀਤ ਪਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਤੁਸਾਂ ਨੇ ਛੱਡ ਦਿੱਤਾ। ਸਾਰਾ ਪੈਂਡਾ ਸਾਰਾ ਰਾਹ ਤੈਅ ਕਰਦੇ ਆਏ, ਪਰ ਸਰਸਾ ਨਦੀ ਤੇ ਆ ਕੇ ਕਿਉਂ ਰੁਕ ਗਏ ਤੁਸੀਂ? ਸਰਸਾ ਨਦੀ ਤੇ ਆ ਕੇ ਤੁਹਾਡੇ ਕਦਮ ਕਿਉਂ ਰੁਕ ਗਏ? ਹਾਲਾਂਕਿ ਸਿੰਘਾਂ ਨੇ ਆਖਿਆ ਵੀ ਹੈ ਸਤਿਗੁਰੂ ਪਾਰ ਕਰੀਏ ਦਰਿਆ। ਕਹਿਣ ਲੱਗੇ ਨਹੀਂ, ਆਹ ਘੜੀ ਹੈ ਜਪਜੀ ਸਾਹਿਬ ਦਾ ਪਾਠ ਕਰਨ ਦੀ। ਇਹ ਸਮਾਂ ਹੈ ਆਸਾ ਕੀ ਵਾਰ ਦਾ ਕੀਰਤਨ ਕਰਨ ਦਾ। ਇਹ ਹੈ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ। ਇਹ ਉਹਦੀ ਵਿਚਾਰਾਂ ਕਰਨ ਦਾ ਵੇਲਾ। ਅਸੀਂ ਦਰਿਆ ਨਹੀਂ ਵੇਖਣਾ, ਅਸੀਂ ਪਰਲਾ ਕਿਨਾਰਾ ਨਹੀਂ ਵੇਖਣਾ, ਅਸੀਂ ਤੇ ਵੇਖਣਾ ਵੀ ਇਹ ਅੰਮ੍ਰਿਤ ਵੇਲਾ ਹੈ। ਅਸੀਂ ਵੇਖਦੇ ਹਾਂ ਮਹਿਮਾਨ, ਅਸੀਂ ਵੇਖਦੇ ਹਾਂ ਦੁਨੀਆ, ਅਸੀਂ ਵੇਖਦੇ ਹਾਂ ਸੰਸਾਰ। ਅਸੀਂ ਕਹਿੰਦੇ ਹਾਂ ਵੀ ਅੰਮ੍ਰਿਤ ਵੇਲਾ, ਅੱਜ ਕੋਈ ਗੱਲ ਨਹੀਂ ਉੱਠਿਆ ਗਿਆ ਤੇ ਫਿਰ ਕੀ ਹੋਇਆ, ਕੱਲ ਨੂੰ ਉੱਠ ਜਾਾਂਗੇ। ਪਰ ਸਾਹਿਬ ਕਹਿੰਦੇ ਕੱਲ ਕਿੰਨੇ ਵੇਖੀ ਹੈ? ਇਹ ਤੇ ਕੂੜ ਹੈ ਦੁਨੀਆ, ਇਹ ਤੇ ਕੂੜ ਹੈ, ਇਹ ਤੇ ਭਰਮ ਹੈ। ਇਹਨੂੰ ਟੁੱਟਦਿਆਂ ਕੋਈ ਸਮਾਂ ਲੱਗਦਾ ਹੈ? ਇਹਨੂੰ ਟੁੱਟਦਿਆਂ ਕੋਈ ਸਮਾਂ ਨਹੀਂ ਲੱਗਦਾ। ਹਮ ਆਦਮੀ ਹਾਂ ਇੱਕਦਮ ਹੀ ਤੁਹਾਡਾ ਭੁਲੇਖਾ ਕੱਢ ਕੇ ਪਰੇ ਰੱਖ ਦੇਗਾ। ਜਦੋਂ ਅਗਲਾ ਸਾਹ ਨਾ ਆਇਆ ਤੇ ਭਰਮ ਸਾਰੇ ਆਪੇ ਨਿਕਲ ਜਾਣੇ। ਜਦੋਂ ਅਗਲਾ ਸਾਹ ਨਾ ਆਇਆ, ਸਭ ਕਹਿਣ ਲੱਗੇ ਇਹ ਸਮਝ ਲੈ ਕਿ ਤੇਰਾ ਨੇਹ ਕੂੜ ਨਾਲ ਲੱਗਾ ਹੋਇਆ ਹੈ, ਤੇ ਜਿਹੜਾ ਕੂੜ ਹੈ ਉਹਨੇ ਤੈਨੂੰ ਛੱਡ ਜਾਣਾ, ਤੂੰ ਉਹਨੂੰ ਛੱਡ ਜਾਣਾ। ਤੂੰ ਉਹਨੂੰ ਛੱਡ ਜਾਏਗਾ, ਉਹ ਤੈਨੂੰ ਛੱਡ ਕੇ ਚਲਾ ਜਾਏਗਾ। ਫਿਰ ਇਹਨਾਂ ਲਈ ਤੂੰ ਰੱਬ ਕਿਉਂ ਭੁਲਾ ਦਿੱਤਾ? ਇਹਨਾਂ ਵਾਸਤੇ ਤੂੰ ਪਰਮਾਤਮਾ ਨੂੰ ਕਿਉਂ ਵਿਸਾਰ ਦਿੱਤਾ? ਤੋ ਖੈਰ ਸਭ ਕਹਿੰਦੇ ਕੂੜ ਕੂੜੈ ਨਹੀਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ। ਸਭ ਜਗ ਚੱਲਣ ਹਾਰ। ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰੋਂ ਅੱਜ ਕੇ ਕਾਲ। ਸਭ ਕੁਝ ਬਿਨਸਣ ਹਾਰ ਹੈ, ਫਿਰ ਤੂੰ ਦੋਸਤੀ ਕਿਹਦੇ ਨਾਲ ਪਾ ਰਿਹਾ? ਤੂੰ ਆਪਣੀ ਸਾਂਝ ਕਿਹਦੇ ਨਾਲ ਬਣਾ ਰਿਹਾ? ਤੂੰ ਆਪਣੀ ਪ੍ਰੀਤ ਕਿਹਦੇ ਨਾਲ ਪਾ ਰਿਹਾ? ਜੋ ਖੁਦ ਬਿਨਸਣ ਹਾਰ ਹੈ, ਜੋ ਖੁਦ ਮਿਟ ਜਾਣ ਵਾਲਾ ਹੈ, ਤੂੰ ਉਹਦੇ ਨਾਲ ਪ੍ਰੀਤ ਪਾ ਜੋ ਸਦਾ ਲਈ ਸਦੀਵੀ ਰਹਿਣ ਵਾਲਾ ਹੈ, ਜੋ ਸਦਾ ਲਈ ਸੱਚ ਰਹਿਣ ਵਾਲਾ ਹੈ। ਕਹਿਣ ਲੱਗੇ ਜਿਹਦੇ ਨਾਲ ਤੂੰ ਦੋਸਤੀ ਪਾ ਕੇ ਬੈਠਾ ਹੈ, ਉਹ ਸਭ ਚੱਲਣ ਵਾਲੇ ਨੇ, ਚੱਲ ਰਹੇ ਨੇ ਆਪਣੀ ਆਪਣੀ ਵਾਰੀ, ਸਭ ਜਾ ਰਹੇ ਨੇ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਸੰਗ ਚਲਤ ਹੈ ਹਮ ਵੀ ਚੱਲਣਾ, ਦੂਰ ਗਗਨ ਸਿਰ ਉਪਰ ਮਰਨਾ। ਇਹ ਭਰਮ ਕੱਢ ਦੇ ਪ੍ਰਾਣੀ ਆਪਣੇ ਅੰਦਰੋਂ, ਕਿਉਂਕਿ ਮੌਤ ਤੇਰੇ ਸਿਰ ਉੱਤੇ ਹੈ, ਤੇਰਾ ਮੰਜ਼ਿਲ ਹਜੇ ਬੜੀ ਦੂਰ ਹੈ, ਬੜੀ ਦੂਰ ਜਾਣਾ ਹੈ ਹਜੇ। ਇਸ ਲਈ ਤੂੰ ਇਹੋ ਕਰਮ ਕਰ ਜਿਹਦੇ ਨਾਲ ਤੇਰੀ ਮੰਜ਼ਿਲ ਨੇੜੇ ਆ ਜਾਏ, ਔਰ ਤੇਰੀ ਮੌਤ ਜਿਹੜੀ ਹੈ ਉਹਦਾ ਸਮਾਂ ਹਜੇ ਨਾ ਆਵੇ। ਇਹ ਨਾ ਹੋਵੇ ਵੀ ਮੌਤ ਪਹਿਲਾਂ ਆ ਜਾਏ ਤੇ ਮੰਜ਼ਿਲ ਹਜੇ ਸਾਡੀ ਦੂਰ ਰਹਿ ਜਾਏ। ਫਿਰ ਕੀ ਹੋਏਗਾ? ਫਿਰ ਵੱਖ-ਵੱਖ ਜੂਨਾਂ ਦਾ ਗੇੜ ਫਿਰ ਬਣ ਜਾਏਗਾ, ਫਿਰ ਵੱਖ-ਵੱਖ ਜੂਨਾਂ ਵਿੱਚ ਭਟਕਣਾ ਪਏਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ, ਤੁਸੀਂ ਕੀ ਕਰ ਰਹੇ ਹੋ? ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਕੂੜ ਜਿਹੜਾ ਉਹ ਸਾਡੀ ਜ਼ਿੰਦਗੀ ਦੀ ਬੇੜੀ ਨੂੰ ਡੋਬ ਰਿਹਾ ਹੈ, ਪਰ ਅਸੀਂ ਫਿਰ ਵੀ ਭਰਮ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਹਾਂ। ਫਿਰ ਵੀ ਅਸੀਂ ਦੁਨਿਆਵੀ ਰੰਗਾਂ ਵਿੱਚੋਂ ਨਿਕਲਣ ਵਾਸਤੇ ਤਿਆਰ ਨਹੀਂ ਹਾਂ। ਬੜੇ ਭਰਮ ਪਾਏ ਜਾ ਰਹੇ ਨੇ। ਗੁਸਤਾਖੀ ਮਾਫ ਆਖਣ ਦੇਣਾ, ਤੁਸੀਂ ਬਾਜ਼ਾਰ ਦੇ ਵਿੱਚ ਚਲੇ ਜਾਓ ਨਾ, ਬੜੇ ਗੂੜੇ ਗੂੜੇ ਰੰਗਾਂ ਦੇ ਕੱਪੜੇ ਪਏ ਹੋਏ ਤੁਹਾਨੂੰ ਨਜ਼ਰ ਆਉਣਗੇ।
ਤੁਸੀਂ ਖਰੀਦਣਾ ਨਹੀਂ ਚਾਹੁੰਦੇ ਪਰ ਬਦੋ ਬਦੀ ਕੋਈ ਨਾ ਕੋਈ ਖਰੀਦ ਕੇ ਲੈ ਆਓਗੇ। ਤੁਸੀਂ ਆਖੋਗੇ ਬੜਾ ਵਧੀਆ ਰੰਗ ਹੈ, ਬੜਾ ਵਧੀਆ ਡਿਜ਼ਾਈਨ ਹੈ, ਪਰ ਤੁਹਾਨੂੰ ਭਰਮ ਦੇ ਵਿੱਚ ਪਾਉਣ ਵਾਸਤੇ ਹੈ। ਘਰ ਲਿਆਓਗੇ, ਇੱਕ ਧੋ ਪਾਓਗੇ, ਨਾ ਰੰਗ ਰਹੇਗਾ ਤੇ ਨਾ ਡਿਜ਼ਾਈਨ ਰਹੇਗਾ। ਤੁਸੀਂ ਆਖੋਗੇ ਮੈਂ ਤੇ ਭਰਮ ਵਿੱਚ ਭੁਲੇਖੇ ਵਿੱਚ ਹੀ ਖਰੀਦ ਕੇ ਲੈ ਆਇਆ, ਇਹਦਾ ਰੰਗ ਹੀ ਮੈਨੂੰ ਬੜਾ ਭਾਉਂਦਾ ਸੀ। ਇਹ ਦੁਨੀਆ ਦੇ ਰੰਗ ਸਾਨੂੰ ਬੜੇ ਭਾ ਰਹੇ ਨੇ। ਇਹ ਦੁਨੀਆ ਮਿੱਠੀ ਵੀ ਲੱਗ ਰਹੀ ਹੈ, ਸ਼ਹਿਦ ਵਰਗੀ ਮਿੱਠੀ ਲੱਗ ਰਹੀ ਹੈ, ਤੇ ਸ਼ਹਿਦ ਵਰਗਾ ਮਿੱਠਾ ਕੌਣ ਛੱਡਣਾ ਚਾਹੁੰਦਾ ਹੈ? ਆਪ ਜੀ ਸਿਆਣੇ ਹੋ, ਮਿੱਠਾ ਕਦੋਂ ਛੱਡਿਆ ਜਾਂਦਾ ਹੈ? ਜਦੋਂ ਰੋਗ ਲੱਗ ਜਾਂਦਾ ਹੈ, ਵਰਨਾ ਬੰਦਾ ਮਿੱਠਾ ਖਾਣਾ ਨਹੀਂ ਛੱਡਦਾ। ਕਦੋਂ ਛੱਡਦਾ ਹੈ? ਜਦੋਂ ਰੋਗ ਲੱਗ ਜਾਂਦਾ ਹੈ। ਅਸੀਂ ਉਦੋਂ ਛੱਡਾਂਗੇ ਜਦੋਂ ਦੁੱਖ ਆ ਕੇ ਡੇਰਾ ਲਾ ਲੈਣਗੇ, ਜਦੋਂ ਰੋਗ ਆ ਕੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਜਦੋਂ ਸਾਰੇ ਰੋਗ ਆ ਕੇ ਚਿੰਬੜ ਜਾਣਗੇ, ਉਦੋਂ ਅਸੀਂ ਭਰਮ ਵਿੱਚੋਂ ਨਿਕਲਾਂਗੇ। ਅੱਜ ਸਾਨੂੰ ਬਾਣੀ ਰੋਜ਼-ਰੋਜ਼ ਭਰਮ ਵਿੱਚੋਂ ਕੱਢ ਰਹੀ ਹੈ ਕਿ ਤੂੰ ਇਸ ਭਰਮ ਵਿੱਚੋਂ ਨਿਕਲ ਕੇ ਤੂੰ ਸਦਾ ਨਹੀਂ ਰਹਿਣਾ, ਤੂੰ ਸੱਚ ਨਹੀਂ ਹੈ, ਤੂੰ ਇੱਕ ਝੂਠ ਦੀ ਜ਼ਿੰਦਗੀ ਜੀਣ ਵਾਸਤੇ ਆਇਆ, ਪਰ ਜੁੜਨਾ ਸੱਚ ਨਾਲ ਹੈ। ਆਤਮਿਕ ਤਲ ਤੇ, ਸਰੀਰਕ ਤਲ ਤੇ ਤੂੰ ਕੂੜ ਹੈ। ਸਾਹਿਬ ਗੁਰੂ ਨਾਨਕ ਮਹਾਰਾਜ ਕਹਿੰਦੇ ਕੀ ਹੋਇਆ? ਸਾਡੀਆਂ ਬੇੜੀਆਂ ਡੁੱਬ ਰਹੀਆਂ ਨੇ ਇਸ ਸਮੁੰਦਰ ਦੇ ਅੰਦਰ, ਕਿਉਂਕਿ ਅਸੀਂ ਮਿੱਠਾ ਖਾਣਾ ਨਹੀਂ ਛੱਡ ਰਹੇ ਹਾਂ। ਅਸੀਂ ਮਿੱਠਾ ਖਾਣਾ ਨਹੀਂ ਛੱਡ ਰਹੇ ਹਾਂ। ਅਸੀਂ ਇਹ ਸ਼ਹਿਦ ਦੀ ਮਿਠਾਸ ਜਿਹੜੀ ਸਵਾਦ ਲੱਗਦੀ ਹੈ ਨਾ, ਇਹ ਅਸੀਂ ਛੱਡਣ ਲਈ ਤਿਆਰ ਨਹੀਂ। ਬਦੋ ਬਦੀ ਮਨ ਕਰਦਾ ਵੀ ਮੈਂ ਸ਼ਹਿਦ ਚੱਖ ਲਵਾਂ। ਇਹ ਹੀ ਸਾਡੀ ਜ਼ਿੰਦਗੀ ਦੀ ਬੇੜੀ ਡੋਬ ਰਿਹਾ ਹੈ, ਇਹ ਡੋਬ ਰਿਹਾ ਹੈ। तो फिर की करिए? एक बेनती करिए। हुण तक समझ आ गई है भी सच की है ते कूड़ की है। हुण तक समझ आ गई। बड़े भुलेखे कढ़े गए ने। फरीदा दरियावे कन्ने बगला बैठा केल करे, केल करेंदे हंजनों अचिंते बाज पए तिस रब दे केला विसरियां, जो मन चेत ना चेते सन सो गाली रब की। मैं तो सोचिया ही नहीं सी भी अज मेरा आखिरी दिन होवेगा, आखिरी घड़ी होवेगी, आखिरी समा होवेगा। मैं तो प्रोग्राम बना के बैठा होया 10-20 सालां दे, पर मेरा तो आखिरी दिन आ गया। वो भरम टुट जाएगा। तो मेरे मालिक हुण समझ आ गई है सानू कि ये सब कूड़ है, सब झूठ है, सब भरेव है, सब धोखा है साडियां अखां दा, और कुछ भी नहीं है। तो मैं हुण बेनती करदा, किम सचियारा होई है, किम कूड़ है टुटै पाल। तो साहब कहंदे मेरे मालिक नानक वखाणे बेनती। धन गुरु नानक साहब जी महाराज कहने लगे मेरी बेनती है भी तुझ बाज कूड़ों कूड़, एक सच परमात्मा है, बाकी सब कुछ कूड़ है, बाकी सब कुछ भरम है, बाकी सब कुछ भुलेखा है, बाकी सब कुछ धोखा है। पर इत्थे एक होर हैरानी हुंदी है, कई बारी दुनिया दीयां गल्लां सुन के असीं कदों समझदे हां? जदों असीं धोखा खा बैठदे हां। ਜਦੋਂ ਅਸੀਂ ਧੋਖਾ ਖਾ बैठते हैं फिर समझ आती है। तो बाणी सानू पहला समझा रही है, ऐसा काम मूले ना कीजै जित अंत पछोताई है। तू पहला ही वो कर्म कर, तेनों बाद विच धोखा खाना ही ना पवे। पहले ही तू वो कर्म कर। की करना है? कहने लगे तू नाम दी कमाई कर, सच दी दौलत इकट्ठी कर, क्योंकि रात कारण धन संचीए, भलकै चलन होए, नानक साथ न चले फिर पछोतावा होए। ए पछतावे विचों निकलन लई कड्ढण लई सानू धन गुरु नानक साहब महाराज ने ये अज दा पावन बचन बख्शिया है कि नानक वखाणे बेनती तुझ बाज कूड़ो कूड़, एक सच परमात्मा है, बाकी सब कुछ भरम है, बाकी सब कुछ कूड़ है, बाकी सब कुछ धोखा है। इस धोखे तो निकलन वास्ते अमृत वेले नूं संभालो, सतसंग दे समय नूं संभालो, गुरु चरनां दे विच आउण वाले वक्त नूं संभालो, बाणी नूं संभालो। यही कुछ साडे नाल जाना है ते यही सच है। फिर दोहरा दियां भई प्रापत मनुख देहोरिया, गोबिंद मिलन की एह तेरी बरिया, अवर काज तेरे किते ना काम, मिल साध संगत भज
ਕੇਵਲ ਨਾਮ। ਅਸੀਂ ਆ ਸੱਚ ਨਾਲ ਜੁੜਨ ਵਾਸਤੇ ਇਸ ਮਨੁੱਖਾ ਦੇਹੀ ਦੇ ਅੰਦਰ ਆਏ ਹਾਂ। ਤੇ ਕਿਤੇ ਐਸਾ ਨਾ ਹੋਵੇ ਕਿ ਦੁਨੀਆ ਦੇ ਰੰਗ ਵਿੱਚ ਰੰਗਿਆ ਹੋਇਆ ਸਾਡਾ ਇਹ ਜ਼ਿੰਦਗੀ ਦਾ ਸਮਾਂ ਸਾਡੇ ਹੱਥੋਂ ਦੀ ਖੁੰਝ ਜਾਏ। ਜੋ ਆਪ ਜੀ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਦੇ ਵਿਚਾਰ ਸਰਵਣ ਕਰਦੇ ਹੋ, ਦਾਸ ਨੇ ਨਿਮਾਣਾ ਜਾਂ ਯਤਨ ਕੀਤਾ ਹੈ ਇਸ ਗੁਰਬਾਣੀ ਦੀ ਵਿਚਾਰ ਕਰਨ ਦਾ। ਸਤਿਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਆ ਬਾਣੀ ਸੱਚ ਹੈ। ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰੂ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਸੱਤ ਹੈ ਬਾਣੀ। ਇਹ ਬਾਣੀ ਨਾਲ ਜੁੜਾਂਗੇ ਤੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਹੋ ਜਾਏਗਾ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ ਕਿਰਪਾ ਕਰਨ। ਇਸੇ ਤਰ੍ਹਾਂ ਸੱਤ ਨਾਲ ਬਾਣੀ ਨਾਲ ਸਾਨੂੰ ਜੋੜੀ ਰੱਖਣ ਤਾਂ ਕਿ ਜੀਵਨ ਯਾਤਰਾ ਸਫਲ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।